गुड मॉर्निंग स्टूडेंट बेटा जी आज ਅਸੀਂ ਕਰਾਂਗੇ ਚੈਪਟਰ 6 ਪਲੈਨਿੰਗ ਤੇ ਪਲੈਨਿੰਗ ਦੇ ਵਿੱਚ ਅਸੀਂ ਲਿਆ ਮੀਨਿੰਗ ਡੈਫੀਨੇਸ਼ਨ ਐਗਜ਼ਾਮਪਲ ਕਰੈਕਟਰ ਸਕੈਚ ਆਫ ਪ੍ਰੋਸੀਜਰ ਮੈਥਡ ਐਂਡ ਰੂਲ। ਠੀਕ ਹੈ बेटा, ਸਭ ਤੋਂ ਪਹਿਲਾਂ ਗੱਲ ਕਰਾਂਗੇ ਅਸੀਂ ਪ੍ਰੋਸੀਜਰ ਦੀ। मीनिंग ऑफ प्रोसीजर। हाँ जी, मान लो कि तुसी बैंक विच गए हो, तुसी अपना अकाउंट खुलवाना चाहते हो, तुसी बैंक इंपलॉय नूं पुछोगे कि मैं बैंक अकाउंट खुलाना तो ਇਹਦਾ प्रोसीजर की है। ठीक है, ਉਹ ਫਿਰ ਤੁਹਾਨੂੰ ਸਾਰਾ प्रोसीजर ਦੱਸੇਗਾ कि ਤੁਸੀਂ स्टैप बाय स्टैप ਕਿਹੜਾ ਕੰਮ ਕਰਨਾ है, ਕਿਹੜਾ ਫਾਰਮ ਫਿਲ ਕਰਨਾ है, ਉੱਤੇ ਇਹ ਫੋਟੋ ਲਗਾਣੀ ਹੈ, ਗਵਾਹੀ ਪਾਣੀ ਹੈ ਕਿਸੇ ਚੀਜ਼ ਦੀ। ਇਹ ਹੈਗਾ ਸਾਰਾ ਹੀ प्रोसीजर। ठीक है, ਹੁਣ ਅਸੀਂ ਪੜ੍ਹਦੇ ਹਾਂ मीनिंग ऑफ प्रोसीजर। The method adopted to carry out regular activities and tasks are called procedure। ਹੁਣ ਇਹਦੇ ਵਿੱਚ procedure ਦਾ ਮਤਲਬ ਹੈ ਕਿ ਜਿਹੜਾ ਤੁਸੀਂ ਰੈਗੂਲਰ ਐਕਟੀਵਿਟੀ ਔਰ ਟਾਸਕ ਨੂੰ ਪੂਰਾ ਕਰਨ ਲਈ ਜੋ ਵੀ ਅਪਣਾਉਂਦੇ ਹੋ, ਜਿਹੜੇ ਤਰੀਕੇ ਅਪਣਾਉਂਦੇ ਹੋ, ਉਹਨੂੰ ਤੁਸੀਂ ਪ੍ਰੋਸੀਜਰ ਕਹੋਗੇ। ਠੀਕ ਹੈ, on the other hand we can say that the procedure, especially the step by step method for performing a particular task and activities। ਹੁਣ ਤੁਸੀਂ ਬੈਂਕ 'ਚ ਗਏ ਹੋ, ਤੁਹਾਡਾ ਟਾਸਕ ਹੀ ਇੱਕ ਅਕਾਊਂਟ ਖੋਲ੍ਹਣਾ। ਠੀਕ ਹੈ, ਇਹਦੇ ਵਿੱਚ ਕਿਹਾ ਗਿਆ ਹੈ ਕਿ ਦੂਜੇ ਪਾਸੇ ਹੀ ਕਹਿ ਸਕਦੇ ਹਾਂ ਕਿ ਜਿਹੜਾ ਪ੍ਰੋਸੀਜਰ ਹੈ ਕਿਸੇ ਖਾਸ ਕੰਮ ਜਾਂ ਗਤੀਵਿਧੀ ਨੂੰ ਕਰਨ ਵਾਸਤੇ ਸਟੈਪ ਬਾय ਸਟੈਪ मतलब अपनाई जाने वाली एक मैथड है, एक विधि है। ठीक है, तुसीं बैंक विच गए, उन्होंने तुसीं बैंक अकाउंट खुलवाने का प्रोसीजर पुछया, उन्होंने स्टैप बाय स्टैप तुहानूं प्रोसीजर दस्सिया कि तुसीं इस तरह अपना बैंक अकाउंट खुलवा सकते हो। ओके, Thus, the procedure guide to perform these activities or tasks, and by implementing them, the objective of the organization can be achieved। कहते कि इस तरह जो प्रोसीजर है इन्हां एक्टिविटी या टास्क नूं करन लई एक मार्गदर्शन करता है। ठीक है, सानूं गाइड करता है। तो ये जो गाइड करता है तो ਉਹਦੇ ਨਾਲ ਉਹਨੂੰ ਲਾਗੂ ਵੀ ਜਦੋਂ ਕੀਤਾ ਜਾਂਦਾ ਹੈ ਤੇ ਫਿਰ ਕੋਈ ਵੀ ਆਰਗੇਨਾਈਜੇਸ਼ਨ ਆਪਣੇ ਆਬਜੈਕਟਿਵ ਨੂੰ ਈਜ਼ੀਲੀ ਪ੍ਰਾਪਤ ਕਰ ਸਕਦੇ, ਈਜ਼ੀਲੀ ਅਚੀਵਡ ਕਰ ਸਕਦੀ ਹੈ। ਠੀਕ ਹੈ, it should also be noted here that the procedure involve many method and these method are completely certain। ਫਿਰ ਕਹਿੰਦੇ ਨੇ ਕਿ ਇਹ ਜਿਹੜੇ ਪ੍ਰੋਸੀਜਰ ਹੈ ਇਹਨੂੰ ਅਪਣਾਉਣ ਵਾਸਤੇ ਇਹਦੇ ਵਿੱਚ ਕਾਫੀ ਜ਼ਿਆਦਾ ਮੈਥਡ ਹੁੰਦੇ ਨੇ ਤੇ ਇਹ ਜਿਹੜੇ ਮੈਥਡ ਹੈ ਇਹ ਕੰਪਲੀਟਲੀ ਸਰਟੇਨ ਹੁੰਦੇ ਨੇ। ਕਹਿਣ ਦਾ ਮਤਲਬ ਹੈ ਕਿ ਇਹ ਨੇ ਯਕੀਨੀ ਹੁੰਦੇ ਨੇ। ਠੀਕ ਹੈ, ਜਿਸ ਤਰ੍ਹਾਂ ਕਿ ਬੈਂਕ ਵਿੱਚ ਗਏ, ਠੀਕ ਹੈ, ਉਹਨਾਂ ਨੇ ਤੁਸੀਂ ਪ੍ਰੋਸੀਜਰ ਪੁੱਛਿਆ, ਅਕਾਊਂਟ ਖੁਲਾਉਣ ਦਾ ਤੁਸੀਂ ਪ੍ਰੋਸੀਜਰ ਪੁੱਛਿਆ, ਉਹਨਾਂ ਨੇ ਸਟੈਪ ਬਾय ਸਟੈਪ ਤੁਹਾਨੂੰ ਮੈਥਡ ਦੱਸਿਆ ਤੇ ਇਹ ਜਿਹੜੇ ਨੇ ਇੱਕ ਅਕਾਊਂਟ ਖੁਲਵਾਉਣ ਵਾਸਤੇ ਕਿ ਇਹ ਮੈਥਡ ਇੰਪਲੀਮੈਂਟ ਕੀਤੇ ਜਾਂਦੇ ਨੇ ਇੱਕ ਅਕਾਊਂਟ ਖੁਲਵਾਉਣ ਵਾਸਤੇ। ਠੀਕ ਹੈ, ਇਸ ਕਰਕੇ ਮੈਥਡ ਬਹੁਤ ਹੀ ਜ਼ਰੂਰੀ ਹੈ ਤੇ ਜਿਹੜਾ ਪ੍ਰੋਸੀਜਰ ਹੈ ਨਾ, ਪ੍ਰੋਸੀਜਰ ਦੇ ਵਿੱਚ ਜਿਹੜਾ ਮੈਥਡ ਹੈ ਇਹ ਇੱਕ ਪ੍ਰੋਸੀਜਰ ਦਾ ਹੀ ਹਿੱਸਾ ਹੈ। ਠੀਕ ਹੈ ਬੇਟਾ, ਹੁਣ ਅਸੀਂ ਡੈਫੀਨੇਸ਼ਨ ਪੜ੍ਹਦੇ ਹਾਂ ਅਕੋਰਡਿੰਗ ਟੂ ਐਨਲ। ਹੁਣ ਐਨਲ ਕੀ ਕਹਿੰਦੇ ਨੇ? ਪ੍ਰੋਸੀਜਰ ਡੈਟਰਮਾਈਨ ਦਾ ਮੈਨਰ ਇਨ ਵਿਚ ਦਾ ਵਰਕ ਆਫ ਦਾ ਆਰਗੇਨਾਈਜੇਸ਼ਨ ਇਜ਼ ਟੂ ਬੀ ਡਨ। ਐਨਲ ਕਹਿੰਦੇ ਨੇ ਕਿ ਜਿਹੜਾ ਪ੍ਰੋਸੀਜਰ ਹੈ ਇਹ ਡੈਟਰਮਾਈਨ ਕਰਦਾ, ਇਹ ਚੀਜ਼ ਨੂੰ ਨਿਰਧਾਰਿਤ ਕਰਦਾ ਹੈ ਕਿ ਜਿਹੜੀ ਆਰਗੇਨਾਈਜੇਸ਼ਨ ਵਿੱਚ ਕੰਮ ਕਿਸ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ, ਇਹ ਗੱਲ ਨੂੰ ਉਹ ਡਿਸਾਈਡ ਕਰਦਾ ਹੈ। ਐਗਜ਼ਾਮਪਲ ਆ ਜਾਂਦੀ, ਐਗਜ਼ਾਮਪਲ ਵਿੱਚ ਪ੍ਰੋਸੀਜਰ ਫॉर ਪਰਚੇजिंग ਰॉ ਮਟੀਰੀਅਲ। ਹੁਣ ਸਾਡੀ ਆਰਗੇਨਾਈਜੇਸ਼ਨ ਹੈ, ਉਹਨੇ ਕੋਈ ਪ੍ਰੋਡਕਟ ਤਿਆਰ ਕਰਨਾ ਤੇ ਸਾਨੂੰ ਪਹਿਲਾਂ ਪਤਾ ਹਨ ਪ੍ਰੋਡਕਟ ਤਿਆਰ ਕਰਨਾ ਜਦੋਂ ਤੇ ਉਹਦੇ ਵਾਸਤੇ ਰॉ ਮਟੀਰੀਅਲ ਚਾਹੀਦਾ। ਠੀਕ ਹੈ, ਹੁਣ ਰॉ ਮਟੀਰੀਅਲ ਖਰੀਦਣ ਦਾ ਕੀ ਪ੍ਰੋਸੀਜਰ ਹੈ, ਇਹ ਚੀਜ਼ ਹੈਗੀ ਐਗਜ਼ਾਮਪਲ। ਪ੍ਰੋਸੀਜਰ ਫॉर ਪੇਇੰਗ ਕੰਪੈਨਸ਼ਨ ਟੂ ਦਾ EMPLOYE। ਵੀ ਆਰਗੇਨਾਈਜੇਸ਼ਨ ਵਿੱਚ ਜਦੋਂ EMPLOYE ਕੰਮ ਕਰਦੇ ਤੇ ਉਹਨਾਂ ਨੂੰ ਜਿਹੜਾ ਕੰਪੈਨਸ਼ਨ ਦਿੱਤੀ ਜਾਂਦੀ ਹੈ ਉਹ ਵੀ ਇੱਕ ਪ੍ਰੋਸੀਜਰ ਹੈ। ਠੀਕ ਹੈ, ਅੱਗੇ ਗਿਆ ਪ੍ਰੋਸੀਜਰ ਫॉर ਦਾ ਸਿਲੈਕਸ਼ਨ ਆਫ ਐਫੀਸ਼ੀਐਂਟ ਐਂਡ ਸਕਿਲਡ ਪਰਸਨ। ਹੁਣ ਜਿਹੜੀ ਆਰਗੇਨਾਈਜੇਸ਼ਨ ਹੈ, ਠੀਕ ਹੈ, ਉਹਨੂੰ ਚਲਾਉਣ ਵਾਸਤੇ ਕਾਫੀ ਜ਼ਿਆਦਾ ਸਕਿਲਡ ਤੇ ਐਫੀਸ਼ੀਐਂਟ ਜਿਹੜੇ EMPLOYE ਦੀ ਜ਼ਰੂਰਤ ਹੈ ਤੇ ਉਹ ਕਿਸ ਤਰੀਕੇ ਨਾਲ EMPLOYE ਸਿਲੈਕਸ਼ਨ ਕਰੇਗਾ, ਕਿਉਂਕਿ ਉਹਨਾਂ ਨੇ ਇੱਕ ਪ੍ਰੋਸੀਜਰ ਰੱਖਿਆ ਹੁੰਦਾ ਹੈ ਕਿ ਅਸੀਂ ਸਟੈਪ ਬਾਏ ਸਟੈਪ ਇਹ ਕੰਮ ਕਰਾਂਗੇ ਤੇ ਇੱਕ ਜਿਹੜਾ ਐਫੀਸ਼ੀਐਂਟ ਔਰ ਸਕਿਲਡ ਪਰਸਨ ਨੂੰ ਆਪਣੀ ਆਰਗੇਨਾਈਜੇਸ਼ਨ ਵਿੱਚ ਸਿਲੈਕਟ ਕਰਾਂਗੇ। ਠੀਕ ਹੈ, apart from this the procedure are very helpful for the selection of skilled employee which are described below। ਇਸ ਤੋਂ ਇਲਾਵਾ ਜਿਹੜਾ ਪ੍ਰੋਸੀਜਰ ਹੈ ਉਹ ਸਕਿਲਡ ਜਿਹੜਾ EMPLOYE ਹੈ ਉਹਨਾਂ ਦੀ ਸਿਲੈਕਸ਼ਨ ਕਰਨ ਵਾਸਤੇ ਕਾਫੀ ਜ਼ਿਆਦਾ ਹੈਲਪਫੁਲ ਹੁੰਦੇ ਨੇ। ਉਹ ਕਿਸ ਤਰ੍ਹਾਂ ਹੈਲਪਫੁਲ ਹੁੰਦੇ ਨੇ ਉਹ ਅਸੀਂ ਪੜਾਂਗੇ। ਨੰਬਰ 1, ਟੂ ਇਨਫੋਰਮ ਅਬਾਊਟ ਐਬਿਲਿਟੀ criteria for vacant post in the organization through various medium of communication। ਜਿਹੜੀ ਵੈਕੈਂਟ ਪੋਸਟ ਹੁੰਦੀ ਹੈ ਉਹਦੇ ਵਾਸਤੇ ਕੀ ਕਰਦੇ ਆ ਕਿ ਜਿਹੜੇ ਐਫੀਸ਼ੀਐਂਟ ਹੈਗੇ ਨੇ EMPLOYE ਉਹਨਾਂ ਦੀ ਨਿਯੁਕਤੀ ਕਰਦੇ ਆ। ਠੀਕ ਹੈ, ਟੂ ਰਿਸੀਵ ਐਪਲੀਕੇਸ਼ਨ ਫਰੋਮ ਇੰਟਰਸਟਿਡ ਕੈਂਡੀਡੇਟ। ਹੁਣ ਐਸੇ ਪ੍ਰੋਸੀਜਰ ਦੇ ਥਰੂ ਅਸੀਂ ਕੀ ਕਰਦੇ ਆ ਜਿਹੜੇ ਹੈਗੇ ਇੰਟਰਸਟਿਡ ਕੈਂਡੀਡੇਟ ਉਹਨਾਂ ਨੂੰ
ਉਹਨਾਂ ਦੁਆਰਾ ਜਿਹੜੀ ਐਪਲੀਕੇਸ਼ਨ ਹੁੰਦੀ ਆ ਉਹਨਾਂ ਨੂੰ ਹੀ ਰਿਸੀਵ ਕਰਦੇ ਆ। ਠੀਕ ਹੈ, टू select the qualified candidate from the written test and interview। फिर qualified candidate है ਉਹਦਾ written test ਹੋਏਗਾ, written test ਤੋਂ ਬਾਅਦ ਜਦੋਂ ਪਾਸ ਹੋ ਜਾਏਗਾ ਫਿਰ ਉਹਦੀ ਇੰਟਰਵਿਊ ਹੋਏਗੀ ਤੇ ਇਹਦਾ ਵੀ ਇੱਕ ਪ੍ਰੋਸੈਸ ਹੈ। ਠੀਕ ਹੈ, ਇਹਦਾ ਵੀ ਇੱਕ ਪ੍ਰੋਸੀਜਰ ਹੈ। ਠੀਕ ਹੈ, to train employees, assign work and give responsibility for specific position। ਹੁਣ ਕੀ ਕਰਦੇ ਨੇ ਕਿ ਜਦੋਂ ਅਸੀਂ ਇੰਪਲੋਏ ਕੁਆਲੀਫਾਈਡ ਜਿਹੜਾ ਕੈਂਡੀਡੇਟ ਉਹਨੂੰ ਚੁਣ ਲਿਆ, ਫਿਰ ਉਹਨੂੰ ਚੁਣਿਆ, ਠੀਕ ਹੈ, ਉਹਦਾ ਰਿਟਨ ਟੈਸਟ ਹੋਇਆ, ਉਹਦੀ ਇੰਟਰਵਿਊ ਹੋਈ ਤੇ ਹੁਣ ਫਿਰ ਉਹਨੂੰ ਕੰਮ ਸੌਂਪਿਆ ਜਾਏਗਾ ਤੇ ਫਿਰ ਉਹਨੂੰ ਇੱਕ ਜਿਹੜੀ ਉਹਦੀ ਪੋਸਟ ਹੈ ਉਹਦੇ ਅਕੋਰਡਿੰਗਲੀ ਇੱਕ ਰਿਸਪੌਂਸਿਬਿਲਟੀ ਵੀ ਦਿੱਤੀ ਜਾਏਗੀ। ਠੀਕ ਹੈ, ਇਹ ਵੀ ਇੱਕ ਪ੍ਰੋਸੀਜਰ ਹੈ ਜਿਹਦੇ ਥਰੂ ਇਹ ਸਾਰਾ ਕੰਮ ਹੋਏਗਾ। ਠੀਕ ਹੈ, ਨੰਬਰ 5 ਟੂ ਇਨਫੋਰਮ ਵੇਰੀਅਸ ਡਿਪਾਰਟਮੈਂਟ ਅਬਾਊਟ ਦਾ ਅਪਾਇੰਟਮੈਂਟ ਆਫ ਦਾ ਨਿਊ EMPLOYE। ਹੁਣ ਸਾਰਾ ਕੁਝ ਹੋ ਗਿਆ। ਠੀਕ ਹੈ, ਆਪਣੀ ਆਰਗੇਨਾਈਜੇਸ਼ਨ ਵਿੱਚ ਇੱਕ ਕੁਆਲੀਫਾਈਡ ਜਿਹੜਾ ਕੈਂਡੀਡੇਟ ਚੁਣ ਲਿਆ, ਉਹਦਾ ਟੈਸਟ ਵੀ ਹੋ ਗਿਆ, ਉਹਦੀ ਇੰਟਰਵਿਊ ਵੀ ਹੋ ਗਈ, ਫਿਰ ਉਹ ਵਰਕ ਵੀ ਦੇਤਾ ਤੇ ਉਹਦੀ ਸਪੈਸੀਫਿਕ ਪੋਸਟ ਵਾਸਤੇ ਉਹਨੂੰ ਰਿਸਪੌਂਸਿਬਿਲਟੀ ਵੀ ਦੇਤੀ। ਹੁਣ ਇਹ ਹੈ ਕਿ ਸਾਰੀ ਆਰਗੇਨਾਈਜੇਸ਼ਨ ਜਿਹੜੀ ਆ ਉਹ ਹਰ ਇੱਕ ਡਿਪਾਰਟਮੈਂਟ ਵਿੱਚ ਉਸ ਪਰਸਨ ਬਾਰੇ ਇਨਫੋਰਮ ਕੀਤਾ ਜਾਏਗਾ ਕਿ ਇਹ ਜਿਹੜਾ ਪਰਸਨ ਹੈ ਇਹਨੂੰ ਅਸੀਂ ਸਿਲੈਕਟ ਕੀਤਾ ਐਸ ਪੋਜੀਸ਼ਨ ਵਾਸਤੇ। ਠੀਕ ਹੈ, ਤੇ ਇਨਫੋਰਮੇਸ਼ਨ ਦੇਣਾ ਜਿਹੜਾ ਆਰਗੇਨਾਈਜੇਸ਼ਨ ਦਾ ਸਭ ਤੋਂ ਵੱਡਾ ਕਰਤੱਵ ਹੈਗਾ, ਸਭ ਤੋਂ ਵੱਡਾ ਮਤਲਬ ਡਿਊਟੀ ਹੈਗੀ ਹੈ। ਅੱਗੇ ਹੈਗਾ ਕਰੈਕਟ ਸਕੈਚ ਆਫ ਪ੍ਰੋਸੀਜਰ। ਪ੍ਰੋਸੀਜਰ ਦਾ ਕਰੈਕਟ ਸਕੈਚ ਕੀ ਹੈ, ਕਿਉਂ ਸਾਰਾ ਕੰਮ ਹੁੰਦਾ ਹੈ, ਇਹਦੀ ਵਿਸ਼ੇਸ਼ਤਾ ਕੀ ਹੈ। ਨੰਬਰ 1 ਪ੍ਰੋਸੀਜਰ ਆਰ ਕੰਸਿਸਟੈਂਸ ਵਿਦ ਦਾ ਆਬਜੈਕਟਿਵ। ਕਹਿੰਦੇ ਕਿ ਜਿਹੜਾ ਪ੍ਰੋਸੀਜਰ ਹੈ ਉਹ ਆਪਣੇ ਆਬਜੈਕਟਿਵ ਨੂੰ, ਆਪਣੇ ਜਿਹੜਾ ਅਸੀਂ ਆਬਜੈਕਟਿਵ ਅਚੀਵ ਕਰਨਾ ਉਹਦੇ ਨਾਲ ਹਮੇਸ਼ਾ ਰਹਿੰਦਾ ਹੈ। ਠੀਕ ਹੈ, ਕੰਸਿਸਟੈਂਸ ਬਣਾਈ ਰੱਖਦਾ ਹੈ। ਠੀਕ ਹੈ, these are the methods specified for performing a particular task। ਕਹਿੰਦੇ ਪ੍ਰੋਸੀਜਰ ਇੱਕ ਇਹੋ ਜਿਹਾ ਮੈਥਡ ਹੈ ਜਿਹਦੇ ਨਾਲ ਸਾਡਾ ਜਿਹੜਾ ਪਾਰਟਿਕੂਲਰ ਟਾਸਕ ਹੈ ਉਹ ਅਸੀਂ ਅਚੀਵ ਕਰ ਸਕਦੇ ਹਾਂ। ਠੀਕ ਹੈ, ਇਹ ਪਾਰਟਿਕੂਲਰ ਪ੍ਰੋਸੀਜਰ may be related to many department at the same time। ਕਹਿੰਦੇ ਕਿ ਇਹ ਜਿਹੜਾ ਪ੍ਰੋਸੀਜਰ ਹੈ ਇੱਕ ਖਾਸ ਸਮੇਂ ਵਿੱਚ ਆਰਗੇਨਾਈਜੇਸ਼ਨ ਦੇ ਹਰ ਡਿਪਾਰਟ ਨਾਲ ਸੰਬੰਧਿਤ ਹੋ ਸਕਦਾ ਹੈ। ਇਹ ਪ੍ਰੋਸੀਜਰ ਹੈਜ਼ ਟੂ ਬੀ ਫੋਲੋਡ ਸਟ੍ਰਿਕਟਲੀ। ਹੁਣ ਜਿਹੜਾ ਕੋਈ ਵੀ ਆਰਗੇਨਾਈਜੇਸ਼ਨ ਹੈ ਉਹਨਾਂ ਦਾ ਇਹ ਪ੍ਰੋਸੀਜਰ ਹੈ ਕਿ ਆਪਣੀ ਆਰਗੇਨਾਈਜੇਸ਼ਨ ਵਿੱਚ ਇੱਕ ਐਫੀਸ਼ੀਐਂਟ EMPLOYE ਦੀ ਜਿਹੜੀ ਸਿਲੈਕਸ਼ਨ ਹੈ ਇਸ ਪ੍ਰੋਸੀਜਰ ਦੁਆਰਾ ਕੀਤੀ ਜਾਏਗੀ। ਹੁਣ ਇਹ ਜਿਹੜਾ ਪ੍ਰੋਸੀਜਰ ਹੈ ਇਹਨੂੰ ਸਟ੍ਰਿਕਟਲੀ ਜਿਹੜਾ ਫੋਲੋ ਕੀਤਾ ਜਾਂਦਾ ਹੈ। देयर इज़ नो फ्लैक्सीबिलिटी इन इट इज़ एक्सक्यूशन। ਕਹਿੰਦੇ ਕਿ ਇਹ ਜਿਹੜਾ ਉਹਨੂੰ ਸਟ੍ਰਿਕਟਲੀ ਫੋਲੋ ਕਰਨਾ ਪੈਂਦਾ ਤੇ ਇਹਦੇ ਵਿੱਚ ਕੋਈ ਵੀ ਜਿਹੜੀ ਫਲੈਕਸੀਬਿਲਿਟੀ ਨਹੀਂ ਹੁੰਦੀ। ਨੰਬਰ 5 ਪ੍ਰੋਸੀਜਰ ਆ ਸਿਸਟਮੈਟਿਕ ਐਂਡ ਆਰਡਰਲੀ ਅਰੇਂਜਮੈਂਟ ਫॉर ਪਰਫਾਰਮਿੰਗ ਡਿਫਰੈਂਟ ਐਕਟੀਵਿਟੀਜ਼। ਕਹਿੰਦੇ ਕਿ ਜਿਹੜਾ ਪ੍ਰੋਸੀਜਰ ਹੈ ਉਹ ਅਲੱਗ-ਅਲੱਗ ਐਕਟੀਵਿਟੀਜ਼ ਨੂੰ ਕਰਨ ਲਈ ਸਿਸਟਮੈਟਿਕ ਤੇ ਆਰਡਰਲੀ ਅਰੇਂਜਮੈਂਟ ਹਨ। ਠੀਕ ਹੈ, ਇਸ ਕਰਕੇ ਹਰ ਇੱਕ ਆਰਗੇਨਾਈਜੇਸ਼ਨ ਵਿੱਚ ਪ੍ਰੋਸੀਜਰ ਦਾ ਬਹੁਤ ਹੀ ਵੱਡਾ ਰੋਲ ਹੈ। ਠੀਕ ਹੈ ਬੇਟਾ, ਹੁਣ ਨੈਕਸਟ ਅਸੀਂ ਕਰਾਂਗੇ ਮੀਨਿੰਗ ਆਫ ਮੈਥਡ। ਠੀਕ ਹੈ, ਮੈਥਡ ਜਿਹੜਾ ਇੱਕ ਪ੍ਰੋਸੀਜਰ ਦਾ ਹੀ ਇੱਕ ਹਿੱਸਾ ਹੈ। ਜਿਸ ਤਰ੍ਹਾਂ ਤੁਸੀਂ ਬੈਂਕ ਵਿੱਚ ਕੇ ਅਕਾਊਂਟ ਖੁਲਵਾਉਣਾ, ਉਹਨਾਂ ਨੇ ਸਾਰਾ ਪ੍ਰੋਸੀਜਰ ਜਿਹੜਾ ਤੁਹਾਨੂੰ ਦੱਸਿਆ, ਫਿਰ ਜੇ ਤੁਸੀਂ ਉਹ ਜਿਹੜਾ ਸਾਰਾ ਪ੍ਰੋਸੀਜਰ ਕਰੋਗੇ ਸਟੈਪ ਬਾਈ ਸਟੈਪ ਚੱਲਣ ਦੀ ਵਿਧੀ ਨੂੰ ਹੀ ਮੈਥਡ ਕਹਿੰਦੇ ਨੇ। ਠੀਕ ਹੈ ਜੀ, ਪੜ੍ਹਦੇ ਹਾਂ ਮੀਨਿੰਗ ਆਫ ਮੈਥਡ। The technique or method used to perform a specific task is called method। ਕਹਿੰਦੇ ਕਿ ਕਿਸੇ ਖਾਸ ਵਰਕ ਨੂੰ ਕਰਨ ਵਾਸਤੇ, ਕਿਸੇ ਖਾਸ ਟਾਸਕ ਨੂੰ ਪੂਰਾ ਕਰਨ ਲਈ ਵਰਤੀ ਜਾਣ ਵਾਲੇ ਤਕਨੀਕ ਜਾਂ ਤਰੀਕੇ ਨੂੰ ਹੀ ਮੈਥਡ ਕਹਿੰਦੇ ਹਨ। ਅੰਡਰ ਐਨ ਪ੍ਰੋਸੀਜਰ various method may have to be adopted to perform various tasks। ਕਹਿੰਦੇ ਕਿ ਹੁਣ ਟਾਸਕ ਨੂੰ ਪੂਰਾ ਕਰਨ ਦੇ ਵਾਸਤੇ ਪ੍ਰੋਸੀਜਰ ਵਿੱਚ ਵੱਖ-ਵੱਖ ਮੈਥਡ ਹੁੰਦੇ ਨੇ। ਠੀਕ ਹੈ, hence the procedure is called a group of combination of method। ਭਾਵੇਂ ਪ੍ਰੋਸੀਜਰ ਹੈ ਉਹਨੂੰ ਮੈਥਡ ਦਾ ਇੱਕ ਸਮੂਹ ਜਾਂ ਸੁਮੇਲ ਕਿਹਾ ਜਾ ਸਕਦਾ ਹੈ, ਬਟ it is also be noted that a method is more specific and detailed than procedure। ਪਰ ਇੱਥੇ ਇਹ ਵੀ ਕਹਿਣਾ ਜ਼ਰੂਰੀ ਹੈ ਕਿ ਜਿਹੜਾ ਮੈਥਡ ਹੈ ਬਹੁਤ ਹੀ ਸਪੈਸੀਫਿਕ ਔਰ ਡਿਟੇਲਡ ਹੁੰਦਾ ਪ੍ਰੋਸੀਜਰ ਦੇ ਨਾਲੋਂ। ਠੀਕ ਹੈ, ਹੁਣ ਇਹਦੇ ਵਿੱਚ ਐਗਜ਼ਾਮਪਲ ਕਿਹੜੀਆਂ ਮੈਥਡ ਵਿੱਚ। ਨੰਬਰ 1 to use the method of price quotation to purchase raw material। ਇਹਨੂੰ ਖਰੀਦਣ ਲਈ ਕੋਸਟ ਨੂੰ ਡਿਸਾਈਡ ਜਿਹੜਾ ਮੈਥਡ ਦੁਆਰਾ ਹੀ ਕੀਤਾ ਜਾਂਦਾ ਹੈ। to adopt a differential piece rate wage system for paying remuneration to employee।
हाँ जी, इंप्लॉय ਨੂੰ ਰਿਮੂਨਰੇਸ਼ਨ ਦੇਣ ਵਾਸਤੇ ਡਿਫਰੈਂਸ਼ੀਅਲ ਪੀਸ ਰੇਟ ਵੇਜ ਸਿਸਟਮ ਦਾ ਮੈਥਡ ਅਪਣਾਇਆ ਜਾਂਦਾ ਹੈ। To adopt the method of a written test and interview for selecting efficient employee। ਐਫੀਸੈਂਟ EMPLOYE ਦੀ ਸਿਲੈਕਸ਼ਨ ਕਰਨ ਵਾਸਤੇ ਰਿਟਨ ਟੈਸਟ ਤੇ ਇੰਟਰਵਿਊ ਵੀ ਮੈਥਡ ਦੁਆਰਾ ਹੀ ਤੈਅ ਕੀਤਾ ਜਾਂਦਾ ਹੈ। ਠੀਕ ਹੈ ਬੇਟਾ, ਇਹ ਹੈਗਾ ਮੈਥਡ ਸਾਡਾ। ਅੱਗੇ ਹੈਗਾ ਬਹੁਤ ਹੀ ਛੋਟਾ ਜਿਹਾ ਟੌਪਿਕ, ਮੀਨਿੰਗ ਆਫ ਰੂਲ। ਹਾਂਜੀ, ਇਹ ਰੂਲ ਕੀ ਹੈਗੇ ਨੇ, ਜੇ ਸਵਾਲ ਕਰ ਲਓ ਕਿ ਆਪਣੇ ਸਕੂਲ ਦੇ ਵਿੱਚ ਇਹ ਰੂਲ ਹੈ ਕਿ 8 ਵਜੇ ਤੋਂ ਲੈ ਕੇ 8:30 ਵਜੇ ਤੱਕ ਸਾਡੀ ਪ੍ਰੇਅਰ ਹੈ, ਤੇ ਇਸ ਤੋਂ ਬਾਅਦ ਜਿਹੜਾ ਸਾਡਾ ਪੀਰੀਅਡ ਸ਼ੁਰੂ ਹੋ ਜਾਣਗੇ, ਫਸਟ ਪੀਰੀਅਡ, ਸੈਕੰਡ ਪੀਰੀਅਡ। ਠੀਕ ਹੈ, ਇਸ ਤੋਂ ਬਾਅਦ ਸਾਡੇ ਸਕੂਲ ਦਾ ਇਹ ਰੂਲ ਹੈ ਕਿ 12 ਜਾਂ 12:30 ਵਜੇ ਤੱਕ ਸਾਡੀ ਜਿਹੜੀ ਰਿਸੈਸ ਹੋਣੀ ਹੈ। ਠੀਕ ਹੈ, ਇਹ ਸਾਰੇ ਇੱਕ ਰੂਲ ਹੈ। ਠੀਕ ਹੈ, ਹਰ ਇੱਕ ਚੀਜ਼ ਦਾ, ਹਰ ਇੱਕ ਸੰਸਥਾ ਦਾ ਇੱਕ ਰੂਲ ਹੈ। ਇਸੇ ਤਰ੍ਹਾਂ ਰੂਲ ਜਿਹੜਾ ਆਰਗੇਨਾਈਜੇਸ਼ਨ ਵਿੱਚ ਵੀ ਬਹੁਤ ਹੀ ਮੀਨਿੰਗ ਰੱਖਦਾ ਹੈ, ਜਿਹਦੇ ਵਿੱਚ ਅਸੀਂ ਹਿੱਸਾ ਪੜਾਂਗੇ। ਰੂਲਸ ਆਰ ਸਿੰਪਲਿਸਟ ਐਂਡ ਮੋਸਟ ਪਰਮਾਨੈਂਟ ਸਕੀਮ। ਕਹਿੰਦੇ ਹੁਣ ਜਿਹੜੇ ਰੂਲ ਹੈਗੇ ਤੇ ਬਹੁਤ ਸਿੰਪਲ ਹੈ ਤੇ ਇਹ ਹਮੇਸ਼ਾ ਪਰਮਾਨੈਂਟ ਰਹਿੰਦੇ। ਰੂਲਸ ਆਰ ਕਮਾਂਡ ਐਂਡ ਆਰਡਰ ਦੈਟ ਹੈਲਪ ਟੂ ਟੇਕ ਦਾ ਡਿਜ਼ਾਇਰ ਐਕਸ਼ਨ ਇਨ ਦਾ ਗਿਵਿੰਗ ਸਿਚੁਏਸ਼ਨ। ਕਹਿੰਦੇ ਰੂਲ ਹੈ ਇੱਕ ਇਹੋ ਜਿਹੀ ਕਮਾਂਡ ਹੈ, ਇਹੋ ਜਿਹਾ ਆਰਡਰ ਹੈ ਜਿਹੜਾ ਇੱਕ ਸਪੈਸੀਫਿਕ ਕੰਡੀਸ਼ਨ ਦੇ ਵਿੱਚ ਕੰਮ ਕਰਨ ਦੇ ਵਿੱਚ ਮਦਦ ਕਰਦਾ ਹੈ। ਠੀਕ ਹੈ, they stand that what should happen and what should not happen। ਜਿਹੜੇ ਰੂਲ ਹੈ ਇਹ ਡਿਸਾਈਡ ਕਰਦੇ ਨੇ ਕਿ ਕੀ ਕੀਤਾ ਜਾਣਾ ਚਾਹੀਦਾ ਤੇ ਕੀ ਹੋਣਾ ਚਾਹੀਦਾ ਹੈ। ਠੀਕ ਹੈ, ਜਨਰਲੀ the rules are fixed and they are strictly enforced। ਹੁਣ ਜਿਹੜੇ ਰੂਲ ਹੈ ਉਹ ਬਹੁਤ ਹੀ ਫਿਕਸਡ ਹੁੰਦੇ ਨੇ। ਠੀਕ ਹੈ, ਜਿਸ ਤਰ੍ਹਾਂ ਹਰ ਇੱਕ ਸਕੂਲ ਦਾ ਰੂਲ ਹੈ, ਹਰ ਇੱਕ ਆਰਗੇਨਾਈਜੇਸ਼ਨ ਦਾ ਰੂਲ ਹੈ, ਹਰ ਇੱਕ ਜਿਹੜਾ ਹਾਊਸ ਹੈ ਉਹਨਾਂ ਦਾ ਰੂਲ ਹੈ। ਸਾਰੇ ਰੂਲ ਕੀ ਹੁੰਦੇ ਨੇ, ਫਿਕਸਡ ਹੁੰਦੇ ਨੇ। ਠੀਕ ਹੈ, ਜਿਸ ਤਰ੍ਹਾਂ ਕਿ ਮੰਨ ਲਓ ਕਿ ਗਰੋਸਰੀ ਦੀ ਸ਼ੋਪ ਹੈ, ਉੱਥੇ ਰੂਲ ਇਹ ਹੈਗਾ ਕਿ ਅੱਜ ਨਗਦ ਤੇ ਕੱਲ ਉਧਾਰ। ਠੀਕ ਹੈ, ਜੇ ਤੁਸੀਂ ਮੰਨੋ ਕੱਪੜੇ ਵਾਲੀ ਸ਼ੋਪ ਹੈ ਤਾਂ ਉਹਦੇ ਵਿੱਚ ਉਹਦੇ ਨਾਲ ਲਿਖਿਆ ਹੁੰਦਾ ਫਿਕਸ ਪ੍ਰਾਈਸ। ਮਤਲਬ ਇਹ ਜਿਹੜਾ ਰੂਲ ਹੈ ਇਹ ਸਦਾ ਲਈ ਹੈ, ਪਰਮਾਨੈਂਟਲੀ ਹੈ, ਇਹ ਨਹੀਂ ਕਿ ਇੱਕ ਦਿਨ ਵਾਸਤੇ। ਠੀਕ ਹੈ, ਇਸੇ ਤਰ੍ਹਾਂ ਇਹਨੂੰ ਬੜਾ ਸਟਿਕਲੀ ਲਾਗੂ ਕੀਤਾ ਜਾਂਦਾ ਹੈ। ਠੀਕ ਹੈ, ਹੁਣ ਇਹਦੀ ਐਗਜ਼ਾਮਪਲ ਪੜਾਂਗੇ। ਠੀਕ, ਯੂਜ਼ ਆਫ ਅਲਕੋਹਲ ਪ੍ਰੋਡਕਟ ਵਿਦ ਇਨ ਦਾ premises of the organization is prohibited। ਕਹਿੰਦੇ ਕਿ prohibited ਹੁੰਦਾ ਮਨਾ ਕਰਨਾ। ਠੀਕ ਹੈ, ਔਰ ਪ੍ਰੋਮਿਸਿਸ ਔਰ ਪ੍ਰੋਮਿਸਿਸ ਦਾ ਮਤਲਬ ਹੁੰਦਾ ਕਿ ਇਸ ਇੱਕ ਖੇਤਰ ਵਿੱਚ, ਜਿਸ ਤਰ੍ਹਾਂ ਕਿ ਕਿਹਾ ਜਾਂਦਾ ਹੈ ਕਿ ਆਰਗੇਨਾਈਜੇਸ਼ਨ ਦੇ ਅੰਦਰ ਅਲਕੋਹਲ ਮਤਲਬ ਸ਼ਰਾਬ ਵਾਲੇ ਕਿਸੇ ਵੀ ਪ੍ਰੋਡਕਟ ਦੀ ਵਰਤੋਂ ਕਰਨ ਦੀ ਮਨਾਹੀ ਹੈ। ਸੈਕਿੰਡ, ਨੋ ਐਡੀਸ਼ਨ ਵਿਦਆਊਟ ਪਰਮਿਸ਼ਨ। ਕਹਿਣ ਦਾ ਮਤਲਬ ਕਿ ਬਿਨਾਂ ਪਰਮਿਸ਼ਨ ਦੇ ਤੁਹਾਨੂੰ ਐਂਟਰ ਕਰਨ ਦੀ ਮਨਾਹੀ ਹੈ। ਡੋਂਟ ਯੂਜ਼ ਯੂਰ ਸੈਲਫੋਨ ਵਾਈਲ ਐਟ ਵਰਕ। ਮਤਲਬ ਕਿ ਜਿਸ ਤਰ੍ਹਾਂ ਕਿ ਕੋਈ ਟੀਚਰ ਹੈ ਉਹ ਪੜ੍ਹਾ ਰਹੀ ਹੈ, ਆਪਣੀ ਸਟੱਡੀ ਦੇ ਦੌਰਾਨ ਆਪਣਾ ਸੈਲਫੋਨ ਯੂਜ਼ ਨਹੀਂ ਕਰੇਗੀ, ਇਹ ਆਪਣੇ ਸਕੂਲ ਦਾ ਰੂਲ ਹੈ। ਠੀਕ ਹੈ, ਨੋ ਸਮੋਕਿੰਗ, ਮਤਲਬ ਕੋਈ ਵੀ ਆਰਗੇਨਾਈਜੇਸ਼ਨ ਆ ਉਹਦੇ ਵਿੱਚ ਸਮੋਕਿੰਗ ਨਹੀਂ ਕੀਤੀ ਜਾਏਗੀ। ਠੀਕ ਹੈ, ਇਸ ਤਰ੍ਹਾਂ ਬਹੁਤ ਹੀ ਸਿੰਪਲ ਟੌਪਿਕ ਲਏ ਨੇ ਬੇਟਾ, ਜਿਸ ਤਰ੍ਹਾਂ ਪ੍ਰੋਸੀਜਰ ਹੈ, ਮੈਥਡ ਔਰ ਰੂਲਸ। ਠੀਕ ਹੈ, ਇਹਨਾਂ ਨੂੰ ਤੁਸੀਂ ਅੱਛੀ ਤਰ੍ਹਾਂ ਕਰ ਲੈਣਾ। ਮਿਲਦੇ ਹਾਂ ਨੈਕਸਟ ਵੀਡੀਓ 'ਚ। ਟੇਕ ਕੇਅਰ।